ਫੈਡਰਲ ਸਟਰਕਚਰ ਨੂੰ ਲੈ ਕੇ ਪਹਿਲਾਂ ਵੀ ਚਿੰਤਾ ਜ਼ਾਹਿਰ ਕਰਦੇ ਰਹੇ ਆ, ਪਰ ਹੁਣ ਲੱਗਦਾ ਕਿ ਉਸ ਨੱਕੇ ਤੇ ਕੰਮ ਪਹੁੰਚ ਕੇ ਜਿਸ ਤੋਂ ਬਾਅਦ ਸਿੱਧੇ ਤੌਰ ਤੇ ਪਤਾ ਲੱਗ ਜਾਣਾ ਵੀ ਹਾਂ ਵੀ ਸੂਬਿਆਂ ਦੇ ਅਧਿਕਾਰ ਖੋਏ ਗਏ ਨੇ। ਲੱਗਦਾ ਕਿ ਇਸ ਵੇਲੇ ਆਵਾਜ਼ ਬੁਲੰਦ ਕਰਨੀ। ਦੇਖੋ, ਅੰਗਰੇਜ਼ਾਂ ਨੇ ਵੀ ਸਾਨੂੰ ਸੈਂਟਰ ਤੋਂ ਹੀ ਰੂਲ ਕੀਤਾ ਸੀਗਾ ਤੇ ਇੱਕ ਕੰਪਨੀ ਆਈ ਤੇ ਉਹਨਾਂ ਨੇ ਮੁੜ ਕੇ ਸਾਰੇ ਦੇਸ਼ ਨੂੰ ਕਿੱਡੇ ਸਿਸਟਮੈਟਿਕ ਢੰਗ ਨਾਲ ਰੂਲ ਕੀਤਾ, ਪਰ ਉਹ ਬੜੀ ਅਕਲ ਦੇ ਨਾਲ, ਚੁਸਤੀ ਨਾਲ, ਚਲਾਕੀ ਨਾਲ, ਕਿਸਮ ਨਾਲ ਰੂਲ ਕਰਦੇ ਸੀ। ਪਰ ਇਹਨਾਂ ਦੇ ਸ਼ਰਮ ਹੀ ਲਾਤੀ ਜਿਹੜੇ ਸਾਡੇ ਆਪਣੇ ਆਏ ਆ, ਪਰ ਇੰਪੋਜ਼ ਕਰ ਰਹੇ ਆ ਕਿ ਅਸੀਂ ਹਿੰਦੀ ਸਾਰੀਆਂ ਦੂਜੀਆਂ ਭਾਸ਼ਾਵਾਂ ਦੇ ਕਰਕੇ ਇੱਕ ਉਹਨੂੰ ਡੋਮੀਨੇਟ ਕਰਦੀ। ਇਸ ਕਰਕੇ ਜਿੱਥੇ ਭਾਸ਼ਾ ਦਾ ਮਾਮਲਾ ਉੱਥੇ ਉਹ ਲੋਕ ਰੋਸ ਕਰ ਰਹੇ ਆ, ਜਿੱਥੇ ਰਾਜਨੀਤਿਕ ਸੱਤਾ ਦਾ ਮਾਮਲਾ ਉੱਥੇ ਸੂਬੇ ਸਰਕਾਰਾਂ ਜਾਂ ਸੂਬੇ ਇਸ ਗੱਲ ਦਾ ਵਿਰੋਧਤਾ ਕਰ ਰਹੇ ਆ ਕਿ ਪੰਜਾਬ ਵਰਗੇ ਔਰ ਪੱਛਮੀ ਬੰਗਾਲ ਵਰਗੇ ਸੂਬਿਆਂ ਨੂੰ ਜਿਨ੍ਹਾਂ ਦਾ ਇੱਕ ਆਪਣਾ ਇਤਿਹਾਸ ਆ, ਗੌਰਵਮਈ ਇਤਿਹਾਸ ਆ, ਉਹਨਾਂ ਨੂੰ ਇਸ ਮੌਕੇ ਤੇ ਜਿਸ ਸੰਕਟ ਦੇ ਵਿੱਚ ਕੇਂਦਰੀਕਰਨ ਵਾਲੀਆਂ ਸ਼ਕਤੀਆਂ ਦੇਸ਼ ਨੂੰ ਏਕੀਕਰਨ ਵੱਲ ਧੱਕੀ ਜਾਂਦੀਆਂ, ਉਹਦੇ ਵਿਰੁੱਧ ਲੜਨ ਦੀ ਲੋੜ ਆ। ਕਿ ਜਿਸ ਤਰੀਕੇ ਨਾਲ ਕੁਝ ਘਰਾਣੇ ਜਿਹੜੇ ਨੇ ਉਹ ਪੂਰੇ ਵਿਸ਼ਵ ਤੇ ਰਾਜ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਤਾਂ ਇਹ ਸਾਰੀਆਂ ਚੀਜ਼ਾਂ ਉਹਨਾਂ ਦੇ ਗਿਣੀ ਮਿੱਥੇ ਜਿਹੜੇ ਪੈਂਤੜੇ ਨੇ ਉਹਨਾਂ ਦੇ ਤਹਿਤ ਹੀ ਹੋ ਰਹੀਆਂ ਨੇ। ਇਸੇ ਕਰਕੇ ਜਿਹੜੀ ਤਾਕਤ ਆ ਉਹਨੂੰ ਸੈਂਟਰਲਾਈਜ਼ ਕੀਤਾ। ਨਹੀਂ, ਗਿਣੇ ਮਿੱਥੇ ਤੇ ਹੁੰਦੇ ਹੀ ਹੈ। ਜਦੋਂ ਦਾ ਦੇਖੋ ਹੁਣ ਵਰਲਡ ਬੈਂਕ ਜਾਂ IMF ਇੰਟਰਨੈਸ਼ਨਲ ਫੰਡਿੰਗ ਏਜੰਸੀਜ਼ ਇੰਸਟੀਟਿਊਸ਼ਨਸ ਹੈਗੇ, ਉਹ ਕਿਹਨੂੰ ਪੈਸਾ ਦੇਣਗੇ? ਉਹਨਾਂ ਨੇ ਪੈਸੇ ਤੋਂ ਪੈਸਾ ਬਣਾਉਣਾ, ਉਹ ਕਿਸੇ ਦੀ ਸੇਵਾ ਕਰਨ ਲਈ ਥੋੜ੍ਹੇ ਆਉਂਦੇ ਆ। ਅਤੇ ਉਹ ਸਾਰੇ ਜਿਹੜੇ ਜਿੱਥੇ ਜਿੱਥੇ ਉਹਨਾਂ ਨੂੰ ਪਤਾ ਹੁੰਦਾ ਪੈਸਾ ਕਿੱਥੇ ਲੱਗਣਾ, ਉੱਥੇ ਉਹ ਉਹਨਾਂ ਨੂੰ ਪਹਿਲਾਂ ਹਾਲਾਤ ਪੈਦਾ ਕਰਦੇ ਆ ਕਿ ਇਹ ਸਾਡੇ 'ਤੇ ਮੁਨੱਸਰ ਹੋ ਜਾਣ, ਡਿਪੈਂਡੈਂਟ ਹੋ ਜਾਣ। ਉਹਦੇ ਅੰਦਰ ਸਾਡੀਆਂ ਸਰਕਾਰਾਂ ਨੂੰ ਜਾਂ ਜਿਹੜੇ ਵੀ ਬੰਦੇ ਸਾਡੇ ਪਲੈਨਰ ਹੈਗੇ ਆ, ਜਦ ਤੱਕ ਉਹ ਲੋਕਾਂ 'ਤੇ ਭਰੋਸਾ ਕਰਕੇ ਨਹੀਂ ਚੱਲਣਗੇ, ਆਪਣੀ ਜਨਤਾ ਨੂੰ ਸਸ਼ਕਤ ਨਹੀਂ ਕਰਨਗੇ, ਆਪਣੇ ਇੰਟੈਲੈਕਚੁਅਲ ਨੂੰ ਹੋਰ ਪਾਵਰਫੁਲ ਨਹੀਂ ਬਣਾਉਣਗੇ, ਆਪਣੀ ਟੈਕਨੋਲੋਜੀ ਨੂੰ ਆਪਣੀ ਪਾਵਰਫੁਲ ਨਹੀਂ ਬਣਾਉਣਗੇ, ਉਹਨਾਂ ਲੋਕਾਂ ਦਾ ਮੁਕਾਬਲਾ ਨਹੀਂ ਕਰ ਸਕਦੇ। ਜੇ ਅਸੀਂ ਸੋਚੀਏ ਇਸ ਚੀਜ਼ ਤੋਂ ਬਚਣਾ ਹੈਗਾ ਤਾਂ ਕੀ ਲੱਗਦਾ ਕਿ ਪਿੰਡ ਪਿੰਡ ਦੇ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਨਾ ਪਊਗਾ? ਕਿਸ ਤਰੀਕੇ ਨਾਲ ਜਿਹੜੀ ਲੜਾਈ ਹੈ ਵਿੜਨੀ? ਜਾਗਰੂਕ ਕੋਈ ਕਿਸੇ ਦੇ ਕਹਿਣ ਨਾਲ ਨਹੀਂ ਹੁੰਦਾ। ਤੁਸੀਂ ਆਪਣੇ ਨਿਆਣੇ ਨੂੰ ਮਨਾ ਕੇ ਦੱਸੋ, ਕਹਿਣ ਨਾ ਮੰਨਦੇ ਆ। ਜਿਹੜੀ ਜਾਗਰੂਕਤਾ ਆ ਉਹ ਕਿਸ ਚੀਜ਼ ਦੀ ਕਰਨੀ ਹੈ? ਇੱਕ ਨਵੀਂ ਸੋਚ ਪੈਦਾ ਕਰਨੀ ਹੈ, ਸਮਾਜਿਕ ਸੋਚ, ਇੰਡੀਵਿਜੂਅਲ ਸੋਚ ਨਹੀਂ, ਸਮਾਜਿਕ ਸੋਚ। ਸਮਾਜਿਕ ਲਹਿਰਾਂ ਦੇ ਵਿੱਚ ਪੈਦਾ ਹੁੰਦੀ ਹੈ। ਜਿਵੇਂ ਕਿਸਾਨਾਂ ਨੇ ਇੱਕ ਨਵੀਂ ਸੋਚ ਪੈਦਾ ਕੀਤੀ, ਇੱਕ ਵਿਸ਼ਵਾਸ ਪੈਦਾ ਕੀਤਾ ਕਿ ਅਸੀਂ ਜੇ ਇਕੱਠੇ ਰਹੀਏ, ਸ਼ਾਂਤਮਈ ਰਹੀਏ ਤੇ ਹਿੰਮਤ ਜਟਾਈਏ ਤਾਂ ਅਸੀਂ ਵੱਡੇ ਤੋਂ ਵੱਡੇ ਵੀ ਦੁਸ਼ਮਣ ਨੂੰ ਹਰਾ ਸਕਦੇ ਹਾਂ। ਇਸ ਲਈ ਜਿਹੜਾ ਇਨਸਾਨ ਨੂੰ ਬਦਲਣਾ ਆ, ਉਹਦਾ ਇੱਕੋ ਹੀ ਤਰੀਕਾ ਕਿ ਉਹਨੂੰ ਲਹਿਰਾਂ 'ਚ ਪਾਇਆ ਜਾਏ, ਕਲੈਕਟਿਵ ਮੂਵਮੈਂਟਸ ਦੇ ਵਿੱਚ, ਅੰਦੋਲਨਾਂ 'ਚ ਪਾਇਆ ਜਾਏ। ਉੱਥੋਂ ਨਵੀਆਂ ਚੀਜ਼ਾਂ ਸਿੱਖ ਕੇ ਨਿਕਲਦਾ, ਜਿਹੜਾ ਉਹਦਾ ਜ਼ਿੰਦਗੀ ਦਾ ਇੱਕ ਪਰਮਾਨੈਂਟ ਹਿੱਸਾ ਬਣ ਜਾਂਦਾ। ਇਸ ਲਈ ਇਸ ਗੱਲ ਦੀ ਲੋੜ ਆ, ਤਾਂ ਹੀ ਇੱਕ ਨਵੀਂ ਚੇਤਨਾ ਸਮਾਜ ਦੇ ਅੰਦਰ, ਕਲੈਕਟਿਵ ਚੇਤਨਾ, ਸਾਂਝੀ ਚੇਤਨਾ ਪੈਦਾ ਹੋਊਗੀ, ਤਾਂ ਹੀ ਇੱਥੇ ਤਬਦੀਲੀ ਆ ਸਕਦੀ ਹੈ। ਔਰ ਉਹ ਤਬਦੀਲੀ ਹਮੇਸ਼ਾ ਸੋਚ ਤੇ ਦਬਾਅ ਦੇ ਨਾਲ ਆਉਂਦੀ ਹੈ, ਯੁੱਧ ਦੇ ਨਾਲ ਆਉਂਦੀ ਹੈ, ਲੜਾਈ ਦੇ ਵਿੱਚ ਉਤਰ ਕੇ ਆਉਂਦੀ ਹੈ, ਨਾ ਕਿ ਕਿਸੇ ਨੂੰ ਭਾਸ਼ਣ ਦੇਣ ਦੇ ਨਾਲ। ਸਤਿ ਸ਼੍ਰੀ ਅਕਾਲ ਦੋਸਤੋ, ਇਸ ਵਕਤ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਪਿਛਲੇ ਕਈ ਸਮੇਂ ਤੋਂ ਇੱਕ ਚੀਜ਼ ਮਹਿਸੂਸ ਕੀਤੀ ਜਾ ਰਹੀ ਹੈ ਕਿ ਗਾਹੇ ਬਗਾਹੇ ਸੂਬਿਆਂ ਦੀ ਜਿਹੜੀ ਤਾਕਤ ਆ ਉਹਨੂੰ ਸੈਂਟਰਲਾਈਜ਼ ਕੀਤਾ ਜਾ ਰਿਹਾ ਤੇ ਕੇਂਦਰ ਸਾਰੀਆਂ ਤਾਕਤਾਂ ਆਪਣੇ ਹੱਥ ਲੈ ਰਹੀ ਹੈ। ਤੇ ਬਹੁਤ ਸਾਰੀਆਂ ਚੀਜ਼ਾਂ ਪਿਛਲੇ ਸਮੇਂ ਦੇ ਵਿੱਚ ਇੱਦਾਂ ਦੀਆਂ ਨਜ਼ਰ ਵੀ ਆਈਆਂ ਜਿਹੜੀਆਂ ਕਿਤੇ ਨਾ ਕਿਤੇ ਸਿੱਧਾ ਜਿਹੜਾ ਇਸ਼ਾਰਾ ਹੈਗਾ ਉਹ ਇਸ ਪਾਸੇ ਕਰਦੀਆਂ ਨੇ ਕਿ ਫੈਡਰਲ ਸਟਰਕਚਰ ਜਿਹੜਾ ਹੈਗਾ ਉਹ 'ਤੇ ਕਿਤੇ ਨਾ ਕਿਤੇ ਇੱਕ ਵੱਡਾ ਪ੍ਰਸ਼ਨ ਮਾਰਕ ਲੱਗਾ ਹੋਇਆ ਸਵਾਲਾਂ ਦੇ ਘੇਰੇ ਦੇ ਵਿੱਚ। ਅੱਜ ਇੱਕ ਸੈਮੀਨਾਰ ਦੇ ਜ਼ਰੀਏ ਇਸ ਬਾਬਤ ਆਵਾਜ਼ ਬੁਲੰਦ ਕਰਨ ਦੀ ਕੋਸ਼ਿਸ਼ ਕੀਤੀ ਗਈ। ਸਾਡੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਨੇ। ਪ੍ਰੋਫੈਸਰ ਸਾਹਿਬ, ਫੈਡਰਲ ਸਟਰਕਚਰ ਨੂੰ ਲੈ ਕੇ ਪਹਿਲਾਂ ਵੀ ਚਿੰਤਾ ਜ਼ਾਹਿਰ ਕਰਦੇ ਰਹੇ ਆ, ਪਰ ਹੁਣ ਲੱਗਦਾ ਕਿ ਉਸ ਨੱਕੇ ਤੇ ਕੰਮ ਪਹੁੰਚ ਕੇ ਜਿਸ ਤੋਂ ਬਾਅਦ ਸਿੱਧੇ ਤੌਰ ਤੇ ਪਤਾ ਲੱਗ ਜਾਣਾ ਵੀ ਹਾਂ ਵੀ ਸੂਬਿਆਂ ਦੇ ਅਧਿਕਾਰ ਖੋਏ ਗਏ ਨੇ। ਲੱਗਦਾ ਕਿ ਇਸ ਵੇਲੇ ਆਵਾਜ਼ ਬੁਲੰਦ ਕਰਨੀ। ਦੇਖੋ, ਅੰਗਰੇਜ਼ਾਂ ਨੇ ਵੀ ਸਾਨੂੰ ਸੈਂਟਰ ਤੋਂ ਹੀ ਰੂਲ ਕੀਤਾ ਸੀਗਾ ਤੇ ਇੱਕ ਕੰਪਨੀ ਆਈ ਤੇ ਉਹਨਾਂ ਨੇ ਮੁੜ ਕੇ ਸਾਰੇ ਦੇਸ਼ ਨੂੰ ਕਿੱਡੇ ਸਿਸਟਮੈਟਿਕ ਢੰਗ ਨਾਲ ਰੂਲ ਕੀਤਾ, ਪਰ ਉਹ ਬੜੀ ਅਕਲ ਦੇ ਨਾਲ, ਚੁਸਤੀ ਨਾਲ, ਚਲਾਕੀ ਨਾਲ, ਕਿਸਮ ਨਾਲ ਰੂਲ ਕਰਦੇ ਸੀ। ਪਰ ਇਹਨਾਂ ਦੇ ਸ਼ਰਮ ਹੀ ਲਾਤੀ ਜਿਹੜੇ ਸਾਡੇ ਆਪਣੇ ਆਏ ਆ। ਹੁਣ ਇਹ ਐਡਾ ਵੱਡਾ ਡਾਈਵਰਸ ਕੰਟਰੀ ਹੈ, ਇਹ ਕੰਟਰੀ ਨਹੀਂ, ਇਹ ਸਬ ਕੰਟੀਨੈਂਟ ਹੈਗਾ। ਉਹ 'ਚ ਅਲੱਗ-ਅਲੱਗ ਲੋਕ ਆ, ਅਲੱਗ-ਅਲੱਗ ਭਾਸ਼ਾਵਾਂ ਆ, ਹਰ ਇੱਕ ਭਾਸ਼ਾ ਦਾ ਆਪਣਾ ਇਤਿਹਾਸ ਆ। ਜਾਣੀ ਇੰਨੇ ਵਖਰੇਵੇਂ ਤੇ ਇੰਨਾ
ਉਚਾਵਾਂ ਨੀਵਾਂ ਜਿਹਨੂੰ ਅਨਈਵਨ ਕਹਿੰਦੇ ਆ ਸਾਡੀ ਸੁਸਾਇਟੀ ਹੈਗੀ ਹੈ। ਕਿਤੇ ਆਦੀਵਾਸੀ ਬੈਠੇ ਆ ਜਿੱਥੇ ਕੋਈ ਅਜੇ ਕਿਸੇ ਕਿਸਮ ਦੀ ਰੋਸ਼ਨੀ ਨਹੀਂ ਹੈ, ਕੁਝ ਪਹਾੜਾਂ 'ਤੇ ਬੈਠੇ ਆ, ਕੁਝ ਮੋਸਟ ਐਡਵਾਂਸਡ ਆ ਅਡਾਨੀ ਵਰਗੇ ਸਾਰੇ ਜਿਹੜੇ ਜਹਾਜ਼ਾਂ 'ਚ ਰਹਿੰਦੇ। ਇਸ ਸਾਰੀ ਅਲੱਗ ਵਿਭਿੰਨਤਾ ਨੂੰ ਤੁਸੀਂ ਇੱਕ ਰੱਸੇ 'ਤੇ ਬੰਨ੍ਹ ਦੇਣਾ ਇਹ ਵੈਸੇ ਪਾਪ ਆ, ਔਰ ਉਹ ਪੋਸੀਬਲ ਵੀ ਨਹੀਂ ਹੈਗਾ। ਕੋਈ ਕੋਸ਼ਿਸ਼ ਕਰ ਰਹੇ ਆ ਲਗਾਤਾਰ ਕਿ ਤੁਸੀਂ ਇੱਕ ਕਾਨੂੰਨ, ਇੱਕ ਕਾਰਡ, ਇੱਕ ਫਲਾਨਾ, ਇੱਕ ਸਾਰਾ ਕਰਕੇ ਇੱਕ ਹੀ ਕਰਨ ਤੇ ਉੱਪਰ ਇੰਪੋਜ਼ ਕਰ ਰਹੇ ਆ ਕਿ ਅਸੀਂ ਹਿੰਦੀ ਸਾਰੀਆਂ ਦੂਜੀਆਂ ਭਾਸ਼ਾਵਾਂ 'ਤੇ ਕਰਕੇ ਇੱਕ ਉਹਨੂੰ ਡੋਮੀਨੇਟ ਕਰਨ ਦੀ। ਇਸ ਕਰਕੇ ਜਿੱਥੇ ਭਾਸ਼ਾ ਦਾ ਮਾਮਲਾ ਉੱਥੇ ਉਹ ਲੋਕ ਰੋਸ ਕਰ ਰਹੇ ਆ, ਜਿੱਥੇ ਰਾਜਨੀਤਿਕ ਸੱਤਾ ਦਾ ਮਾਮਲਾ ਉੱਥੇ ਸੂਬੇ ਸਰਕਾਰਾਂ ਜਾਂ ਸੂਬੇ ਇਸ ਗੱਲ ਦਾ ਵਿਰੋਧਤਾ ਕਰ ਰਹੇ ਆ, ਜਿੱਥੇ ਆਰਥਿਕ ਰਿਸੋਰਸਿਸ ਦਾ ਕੇਂਦਰੀਕਰਨ ਦੀ ਗੱਲ ਆ, ਕੁਝ ਕੁ ਲੋਕਾਂ ਨੂੰ ਫੜਾਈ ਜਾਂਦੇ ਆ, ਬੜੇ ਬੜੇ ਕਾਰਪੋਰੇਟਾਂ ਨੂੰ, ਉਹ ਛੋਟੇ ਉੱਥੇ ਵੀ ਫੈਡਰਲਿਜ਼ਮ ਚਾਹੁੰਦੇ ਆ, ਉਹ ਆਪਣੀ ਕਿਸਮ ਦੇ ਵਖਰੇਵਾਂ ਚਾਹੁੰਦੇ ਆ। ਇਸ ਲਈ ਅਸੀਂ ਜਦੋਂ ਅੱਜ ਦਾ ਜਿਹੜਾ ਸੈਮੀਨਾਰ ਸੀ ਉਹਦੇ 'ਚ ਬੜੀ ਖੁੱਲ੍ਹ ਕੇ ਬਹੁਤ ਵੱਡੇ ਵੱਡੇ ਵਿਦਵਾਨ ਆਏ ਸੀਗੇ, ਐਕਸਪਰਟ ਆਏ ਸੀ, ਇਹ ਚਰਚਾ ਹੋਈ ਔਰ ਉਹਦਾ ਨਤੀਜਾ ਇਹ ਨਿਕਲਦਾ ਕਿ ਪੰਜਾਬ ਵਰਗੇ ਔਰ ਪੱਛਮੀ ਬੰਗਾਲ ਵਰਗੇ ਸੂਬਿਆਂ ਨੂੰ ਜਿਨ੍ਹਾਂ ਦਾ ਇੱਕ ਆਪਣਾ ਇਤਿਹਾਸ ਆ, ਗੌਰਵਮਈ ਇਤਿਹਾਸ ਆ, ਉਹਨਾਂ ਨੂੰ ਇਸ ਮੌਕੇ 'ਤੇ ਜਿਸ ਸੰਕਟ ਦੇ ਵਿੱਚ ਕੇਂਦਰੀ ਸ਼ਕਤੀਆਂ, ਕੇਂਦਰੀਕਰਨ ਵਾਲੀਆਂ ਸ਼ਕਤੀਆਂ ਦੇਸ਼ ਨੂੰ ਏਕੀਕਰਨ ਵੱਲ ਧੱਕੀ ਜਾਂਦੀਆਂ, ਉਹਦੇ ਵਿਰੁੱਧ ਲੜਨ ਦੀ ਲੋੜ ਆ। ਇੱਕੋ ਪੱਧਰ 'ਤੇ ਨਹੀਂ ਕਿ ਸਿਰਫ ਸੂਬਿਆਂ ਨੂੰ ਅਧਿਕਾਰ ਜਾਂ ਸੂਬਿਆਂ ਦੀਆਂ ਸਰਕਾਰਾਂ ਨੂੰ ਅਧਿਕਾਰ, ਸਗੋਂ ਸਮਾਜ ਦੇ ਵਿੱਚ ਕਿਵੇਂ ਇੱਕ ਸਮਤਾ ਹੋਏ, ਕਿਵੇਂ ਹਰ ਇੱਕ ਦੀ ਆਵਾਜ਼ ਨੂੰ ਗੌਲਿਆ ਜਾਏ, ਸੁਣਿਆ ਜਾਏ, ਹਰ ਕੋਈ ਕਿਵੇਂ ਇੱਕ ਬਰਾਬਰ ਦੇ ਸੋਰਸਿਸ ਦੇ ਨਾਲ, ਸਾਧਨਾਂ ਦੇ ਨਾਲ ਇੱਕ ਸਵੈ ਅਭਿਮਾਨ ਦਾ ਜੀਵਨ ਜੀ ਸਕੇ, ਇਸ ਬਾਰੇ ਚਰਚਾ ਹੋਈ। ਇਹ ਪਰ ਸਭ ਇੱਕ ਬੜੀ ਅਹਿਮ ਚੀਜ਼, ਜਦੋਂ ਇਸ ਪੂਰੇ ਤਾਣੇ ਬਾਣੇ ਨੂੰ ਸਮਝਦੇ ਆ ਤਾਂ ਇਹ ਕਹਿੰਦੇ ਕਿ ਇਹ ਚੀਜ਼ ਚਰਚਾ ਸਿਰਫ ਸੂਬੇ ਪੱਧਰ ਤੇ ਜਾਂ ਦੇਸ਼ ਪੱਧਰ ਤੇ ਨਹੀਂ ਹੋ ਰਹੀ, ਇਹ ਬਲਕਿ ਉਚੇਚੇ ਤੌਰ ਤੇ ਵਰਲਡ ਲੈਵਲ ਤੇ ਵਰਲਡ ਆਰਡਰ ਦਾ ਜ਼ਿਕਰ ਆ ਜਾਂਦਾ। ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ, ਜੀਓਪੋਲਿਟਿਕਸ ਦਾ ਜ਼ਿਕਰ ਚੱਲਦਾ ਹੈ ਕਿ ਜਿਸ ਤਰੀਕੇ ਨਾਲ ਕੁਝ ਘਰਾਣੇ ਜਿਹੜੇ ਨੇ ਉਹ ਪੂਰੇ ਵਿਸ਼ਵ ਤੇ ਰਾਜ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਤਾਂ ਇਹ ਸਾਰੀਆਂ ਚੀਜ਼ਾਂ ਉਹਨਾਂ ਦੇ ਗਿਣੇ ਮਿੱਥੇ ਜਿਹੜੇ ਪੈਂਤੜੇ ਨੇ ਉਹਨਾਂ ਦੇ ਤਹਿਤ ਹੀ ਹੋ ਰਹੀਆਂ ਨੇ। ਇਸੇ ਕਰਕੇ ਜਿਹੜੀ ਤਾਕਤ ਆ ਉਹਨੂੰ ਸੈਂਟਰਲਾਈਜ਼ ਕੀਤਾ ਜਾ ਰਿਹਾ। ਨਹੀਂ ਨਹੀਂ, ਗਿਣੇ ਮਿੱਥੇ ਤੇ ਹੁੰਦੇ ਹੀ ਹੈ। ਜਦੋਂ ਦਾ ਦੇਖੋ ਹੁਣ ਵਰਲਡ ਬੈਂਕ ਜਾਂ IMF, ਇੰਟਰਨੈਸ਼ਨਲ ਫੰਡਿੰਗ ਏਜੰਸੀਜ਼, ਇੰਸਟੀਟਿਊਸ਼ਨਸ ਹੈਗੇ, ਉਹ ਕਿਹਨੂੰ ਪੈਸਾ ਦੇਣਗੇ? ਉਹਨਾਂ ਨੇ ਪੈਸੇ ਤੋਂ ਪੈਸਾ ਬਣਾਉਣਾ, ਉਹ ਕਿਸੇ ਦੀ ਸੇਵਾ ਕਰਨ ਲਈ ਥੋੜ੍ਹੇ ਆਉਂਦੇ ਆ। ਅਤੇ ਉਹ ਸਾਰੇ ਜਿਹੜੇ ਜਿੱਥੇ ਜਿੱਥੇ ਉਹਨਾਂ ਨੂੰ ਪਤਾ ਹੁੰਦਾ ਪੈਸਾ ਕਿੱਥੇ ਲੱਗਣਾ, ਉੱਥੇ ਉਹ ਉਹਨਾਂ ਨੂੰ ਪਹਿਲਾਂ ਹਾਲਾਤ ਪੈਦਾ ਕਰਦੇ ਆ ਕਿ ਇਹ ਸਾਡੇ 'ਤੇ ਮੁਨੱਸਰ ਹੋ ਜਾਣ, ਡਿਪੈਂਡੈਂਟ ਹੋ ਜਾਣ, ਤਾਂ ਕਿ ਸਾਡਾ ਪੈਸਾ ਫਿਰ ਇਹ ਮੰਗਣਾ, ਫਿਰ ਅਸੀਂ ਆਪਣੀਆਂ ਸ਼ਰਤਾਂ ਨਾ ਦੇਈਏ। ਅਤੇ ਇਸ ਜਾਲ ਦੇ ਵਿੱਚ ਉਹਨਾਂ ਨੇ ਪੂਰੀ ਦੁਨੀਆ, ਖਾਸ ਕਰਕੇ ਘੱਟ ਵਿਕਸਿਤ ਦੇਸ਼ ਜਿਹੜੇ ਆ ਥਰਡ ਵਰਲਡ ਕੰਟਰੀ ਦੇ, ਉਹਨਾਂ ਨੂੰ ਫਸਾਇਆ ਹੋਇਆ। ਸਾਡੇ ਵੀ ਬਹੁਤ ਵੱਡਾ ਅਮਾਊਂਟ ਹੈ ਜਿਹੜਾ ਅਸੀਂ ਇਹਨਾਂ ਇੰਟਰਨੈਸ਼ਨਲ ਫੰਡਿੰਗ ਏਜੰਸੀਜ਼ ਦਾ ਦੇਣਾ ਆ। ਅਤੇ ਉਸ ਕਰਕੇ ਇਹ ਗੱਲ ਤੁਹਾਡੀ ਸੱਚੀ ਹੈ, ਉਹ ਤਾਂ ਤੁਹਾਡਾ ਇੱਕ ਸਿਸਟਮ ਹੀ ਇੰਝ ਬਣ ਗਿਆ। ਪਰ ਸਾਡੇ ਜਿੱਥੇ ਤੱਕ ਆਪਣਾ ਦੇਖੋ, ਇਹਦੇ 'ਚੋਂ ਨਿਕਲਣ ਦਾ ਤਰੀਕਾ ਕੀ ਹੈ? ਜਿਹੜਾ ਤੁਸੀਂ ਕਹਿੰਦੇ ਆ ਨਾ ਕਿ ਗਲੋਬਲ ਇੱਕ ਕਿਸਮ ਦੀ ਪਲੈਨਿੰਗ ਦੇ ਤਹਿਤ ਸੈਂਟਰਲਾਈਜੇਸ਼ਨ ਹੋ ਰਹੀ ਆ, ਉਹਦਾ ਹਿੱਸਾ ਸਾਨੂੰ ਵੀ ਮਿਲ ਰਿਹਾ ਅਤੇ ਸਾਡੀਆਂ ਸਰਕਾਰਾਂ ਗਾਂਹ ਕਰਦੀਆਂ। ਫਿਰ ਕਿੱਥੋਂ ਸ਼ੁਰੂ ਕਰੀਏ? ਸਾਡੇ ਦੇਸ਼ 'ਚ ਸਾਡੇ ਸਰਕਾਰਾਂ ਦੀ ਆਟੋਨਮੀ ਹੈ, ਸਾਡਾ ਇੱਕ ਸੰਵਿਧਾਨ ਹੈ, ਅਸੀਂ ਤਾਂ ਉਸ ਯੂਨਿਟ ਦੀ ਗੱਲ ਕਰ ਸਕਦੇ। ਉਹਦੇ ਅੰਦਰ ਸਾਡੀਆਂ ਸਰਕਾਰਾਂ ਨੂੰ ਜਾਂ ਜਿਹੜੇ ਵੀ ਬੰਦੇ ਸਾਡੇ ਪਲੈਨਰ ਹੈਗੇ ਆ, ਜਦ ਤੱਕ ਉਹ ਲੋਕਾਂ 'ਤੇ ਭਰੋਸਾ ਕਰਕੇ ਨਹੀਂ ਚੱਲਣਗੇ, ਆਪਣੀ ਜਨਤਾ ਨੂੰ ਸਸ਼ਕਤ ਨਹੀਂ ਕਰਨਗੇ, ਆਪਣੇ ਇੰਟੈਲੈਕਚੁਅਲ ਨੂੰ ਹੋਰ ਪਾਵਰਫੁਲ ਨਹੀਂ ਬਣਾਉਣਗੇ, ਆਪਣੀ ਟੈਕਨੋਲੋਜੀ ਨੂੰ ਆਪਣੀ ਪਾਵਰਫੁਲ ਨਹੀਂ ਬਣਾਉਣਗੇ, ਉਹਨਾਂ ਲੋਕਾਂ ਦਾ ਮੁਕਾਬਲਾ ਨਹੀਂ ਕਰ ਸਕਦੇ। ਇੱਕ ਬੜੀ ਅਹਿਮ ਚੀਜ਼ ਹੈ ਇਹ ਪ੍ਰੋਫੈਸਰ, ਜਿਸ ਤਰੀਕੇ ਨਾਲ ਅਸੀਂ ਆਪਣੇ ਖਿੱਤੇ ਦੀ ਗੱਲ ਕਰ ਲਈਏ, ਇੱਕ ਬੜੀ ਅਹਿਮ ਚੀਜ਼ ਹੁੰਦੀ ਕਿ ਜੇ ਕਿਸੇ ਸੂਬੇ ਦੀ ਗੱਲ ਕਰਨੀ, ਸਟੇਟ ਦੀ ਗੱਲ ਕਰਨੀ, ਤਾਂ ਖੇਤਰੀ ਜਿਹੜੀ ਪਾਰਟੀ ਹੁੰਦੀ ਉਹ ਬੜੇ ਵੱਡੇ ਪੱਧਰ ਤੇ ਕੰਮ ਕਰਦੀ ਹੈ। ਪਰ ਪਿਛਲੇ ਸਮੇਂ ਦੇ ਵਿੱਚ ਇਹ ਦੇਖਣ ਦੇ ਵਿੱਚ ਆਇਆ ਕਿ ਜਿੰਨੀਆਂ ਵੀ ਦੇਸ਼ ਦੇ ਵਿੱਚ ਖੇਤਰੀ ਪਾਰਟੀਆਂ ਨੇ ਉਹ ਟਾਰਗੇਟ ਤੇ ਨੇ, ਉਹ ਸੈਂਟਰਲਾਈਜ਼ ਜਿਹੜੀ ਪਾਵਰ, ਜਿਹੜੀ ਇੱਕ ਮੋਨੋਪੋਲੀ ਚੱਲ ਰਹੀ ਹੈ, ਉਹਦੇ ਤਹਿਤ ਉਹਨਾਂ ਦੀਆਂ ਪਾਵਰਾਂ ਖਤਮ ਕੀਤੀਆਂ ਜਾ ਰਹੀਆਂ, ਜਾਂ ਉਹਨਾਂ ਨੂੰ ਆਪਣੇ ਵਿੱਚ ਰਲਗੱਡ ਕੀਤਾ ਜਾ ਰਿਹਾ, ਜਾਂ ਖਤਮ ਕਰ ਦਿੱਤਾ ਜਾ ਰਿਹਾ ਹੈਗਾ। ਲੱਗਦਾ ਕਿ ਖੇਤਰੀ ਪਾਰਟੀਆਂ ਦਾ ਹੋਣਾ ਵੀ ਸੂਬਿਆਂ ਦੀ ਜਿਹੜੀ ਇੱਕ ਆਪਾਂ ਕਹਿ ਸਕਦੇ ਉਹਨਾਂ ਦੀਆਂ ਤਾਕਤਾਂ ਦੇ ਇਜ਼ਾਫੇ ਲਈ, ਜਾਂ ਉਹਨਾਂ ਦੀ ਆਵਾਜ਼ ਉਸ ਤਰੀਕੇ ਨਾਲ ਚੱਕਣ ਦੇ ਵਿੱਚ ਵੱਡੇ ਪੱਧਰ ਤੇ ਕੰਮ ਕਰਦਾ, ਪਰ ਉਹਨੂੰ ਵੀ ਡਿਲੀਟ ਕੀਤਾ ਜਾ ਨਹੀਂ ਕੀਤਾ, ਕਰ ਦਿੱਤਾ। ਕਾਰਨ ਉਹਦਾ ਇਹ ਹੈ, ਮਾਡਲ ਤਾਂ ਇੱਕੋ ਹੀ ਹੈ। ਜਿਹੜੀਆਂ ਕੇਂਦਰ 'ਚ ਰਾਜ ਕਰਦੀਆਂ ਪਾਰਟੀਆਂ, ਉਹਨਾਂ ਦਾ ਹਿੱਤ ਕੀ ਹੈ? ਲੋਕਾਂ ਨੂੰ ਚੇਤਨ ਨਾ ਹੋਣ ਦਿੱਤਾ ਜਾਏ, ਲੋਕਾਂ ਨੂੰ ਕਮਜ਼ੋਰ ਕਰਕੇ ਰੱਖਿਆ ਜਾਏ, ਆਟੇ ਦਾਲ 'ਤੇ ਲਾਤਾ ਜਾਏ, ਮੁਫਤ ਖੋਰੇ ਬਣਾਤਾ ਜਾਏ, ਮੁਫਤ ਬਿਜਲੀ ਦੇ ਦਿੱਤੀ ਜਾਏ, ਸ਼ਗਨ ਸਕੀਮ ਦੇ ਉੱਤੇ ਲਾਗੂ ਕਰਤਾ ਜਾਏ। ਜਾਣੀ ਰਿਜ਼ਰਵੇਸ਼ਨ ਟੈਂਪਰੇਰੀ ਫਿਨੋਮੀਨਾ ਸੀ, ਉਹਨੂੰ ਪੱਕਾ ਬਣਾ ਦਿੱਤਾ ਜਾਏ।
ਉਹ ਇਸ ਕਰਕੇ ਬਣਾਇਆ ਜਾਏ, ਇਸ ਕਰਕੇ ਨਹੀਂ ਕਿ ਉਸ ਸਮੁਦਾਇ ਨੂੰ ਚੁੱਕਣਾ, ਇਸ ਕਰਕੇ ਕਿ ਤੁਸੀਂ ਉਹਨਾਂ ਦੇ ਅੱਗੇ ਇੱਕ ਗਾਜਰ ਟੰਗ ਛੱਡਣੀ ਆ ਔਰ ਬਾਕੀ ਸਾਰੇ ਉਹਨਾਂ ਬਾਰੇ ਸਮਾਜ ਅੰਦਰ ਇੰਜ ਸੋਚਣ ਕਿ ਇਹ ਤੇ ਯਾਰ ਆਏ ਹੀ ਪਿਛਲੇ ਦਰਵਾਜ਼ੇ ਤੋਂ ਆਏ ਤੇ ਆਪਣਾ ਬਰਾਬਰ ਦਾ ਮੁਕਾਬਲਾ ਕਰਕੇ ਨਹੀਂ ਆਏ, ਹੀਣ ਭਾਵਨਾ ਪੈਦਾ ਕਰਨੀ। ਇਸ ਕਿਸਮ ਦੀ ਇੱਕ ਸਕੀਮ ਦੇ ਤਹਿਤ ਹੁੰਦਾ ਆ। ਜਿਹੜਾ ਸਾਡੇ ਸੂਬਿਆਂ ਦੀਆਂ ਜਿਹੜੀਆਂ ਓਰੀਜਨਲ ਪਾਰਟੀਆਂ ਉਹਨਾਂ ਨੂੰ ਕਾਣੇ ਕੀਤਾ ਆ, ਉਹਨਾਂ ਨੂੰ ਖੁੱਲੀ ਵਾਗ ਦੇ ਦਿੱਤੀ ਕਿ ਤੁਸੀਂ ਜੋ ਕਰਪਸ਼ਨ ਜੇ ਵੋ, ਤੇ ਮਗਰੋਂ ਜਦੋਂ ਸਾਰਾ ਪੱਠਾ ਬੈਠ ਗਿਆ ਅੰਦਰੋਂ ਕਾਣੇ ਹੋ ਗਏ, ਗਲ ਗਈਆਂ ਪਾਰਟੀਆਂ, ਉਹਨਾਂ ਦੀਆਂ ਪਾਰਟੀਆਂ ਦੇ ਅੰਦਰ ਕੇਂਦਰੀਕਰਨ ਇਹੋ ਜਿਹਾ ਹੋ ਗਿਆ, ਕੋਈ ਡੈਮੋਕ੍ਰੇਸੀ ਨਹੀਂ ਰਹੀ। ਤੇ ਉਹਨਾਂ ਨੇ ਡੈਮੋਕ੍ਰੇਸੀ ਤੇ ਫੈਡਰਲਿਜ਼ਮ ਦੀ ਗੱਲ ਕੀ ਕਰਨੀ ਸੀਗੀ। ਹੁਣ ਸਾਡੇ ਦੇਸ਼ ਦੀ ਤਰਾਸਦੀ ਇਸੇ ਕਰਕੇ ਜ਼ਿਆਦਾ ਆ ਕਿ ਜਿਹੜੇ ਰੂਲਿੰਗ ਐਲੀਟ ਆ ਸਾਡੇ ਦੇਸ਼ ਦੇ ਅੰਦਰ ਦੇ ਵੀ, ਉਹਨਾਂ ਨੇ ਇੱਕ ਇਹੋ ਜਿਹਾ ਤਾਣਾ ਬਾਣਾ ਜਿਹਾ ਬਣਾ ਦਿੱਤਾ ਕਿ ਪਾਰਟੀਆਂ ਨੂੰ ਤਾਂਹੀਓ ਤੇ ਜਿੱਥੇ ਮਰਜ਼ੀ ਈਡੀ ਭੇਜ ਦਿਓ ਉੱਥੇ ਜਾ ਕੇ ਉਹ ਥੱਲੇ ਡਿੱਗ ਪੈਂਦੇ ਆ। ਹੁਣ ਦੇਖਦੇ ਹਾਂ 2024 'ਚ ਕੀ ਹੁੰਦਾ, ਪਰ ਮੈਨੂੰ ਲੱਗਦਾ ਕਿ ਜਿਸ ਪੱਧਰ ਦੇ ਉੱਤੇ ਗਿਰਾਵਟ ਆ ਗਈ ਆ ਨੈਤਿਕ ਤੇ ਬਾਕੀ ਜਿਹੜੀ ਹੋਰ ਕਿਸਮ ਦੀ ਫੰਕਸ਼ਨਿੰਗ ਦੇ ਉੱਤੇ ਵੀ ਕੰਮ ਨਹੀਂ ਕਰਨਾ, ਦੂਜਿਆਂ ਦੀਆਂ ਪ੍ਰਾਪਰਟੀਆਂ ਤੇ ਰੱਖਣਾ, ਸਰਕਾਰੀ ਪ੍ਰਾਪਰਟੀਆਂ ਤੇ ਅੱਖ ਰੱਖਣੀ, ਵੇਚ ਦੇਣਾ, ਲੁੱਟ ਮਾਰ ਦੀ ਜਿਹੜੀ ਪੋਲਿਟਿਕਸ ਸਾਡੀ ਹੋਈ ਹੈ, ਉਸ 'ਤੇ ਜੇ ਕਿਤੇ ਖੜੋਤ ਨਹੀਂ ਆਉਂਦੀ ਤੇ ਸਾਡੇ ਲੀਡਰ ਜਿਹੜੇ ਆ ਉਹ ਇਮਾਨਦਾਰੀ ਦੇ ਰਸਤੇ ਤੇ ਚੱਲ ਕੇ ਇਸ ਗੱਲ ਦਾ ਮੁਕਾਬਲਾ ਨਹੀਂ ਕਰਦੇ ਤਾਂ ਇੱਥੇ ਕਿਤੇ ਵੀ ਠੱਲ ਪੈਣ ਵਾਲੀ ਨਹੀਂ ਹੈ। ਸਰ ਆਖਰੀ ਸਵਾਲ, ਕਿਉਂਕਿ ਚਿੰਤਨ ਬਹੁਤ ਹੁੰਦੇ ਨੇ, ਇਦਾਂ ਦੇ ਸੈਮੀਨਾਰ ਪਹਿਲਾਂ ਵੀ ਕਰਨ ਦੀ ਕੋਸ਼ਿਸ਼ ਹੁੰਦੀ ਹੈ, ਚਿੰਤਨਾਂ ਦੇ ਵਿੱਚੋਂ ਇਹ ਜਿਹੜਾ ਗਰਾਊਂਡ ਜ਼ੀਰੋ ਤੇ ਜਾ ਕੇ ਇਹਨੂੰ ਸੱਚ ਕਰਨਾ, ਇਹ ਬੜੀ ਵੱਡੀ ਚੀਜ਼ ਹੁੰਦੀ ਹੈ ਕਿ ਅਸੀਂ ਚਿੰਤਨ ਕਰ ਲੈਂਦੇ ਹਾਂ, ਪਰ ਚਿੰਤਨ ਤੋਂ ਬਾਅਦ ਉਹਦਾ ਐਕਸ਼ਨ ਪਲਾਨ ਕੀ ਹੋਣਾ ਜਾਂ ਕਿਸ ਤਰੀਕੇ ਨਾਲ ਕਾਰਵਾਈ ਕਰਨੀ ਹੈ, ਇਹ ਕਿਤੇ ਨਾ ਕਿਤੇ ਇਹਦੇ ਵਿੱਚ ਕਮੀ ਰਹਿ ਜਾਂਦੀ ਹੈ। ਹੁਣ ਇਸ ਤੋਂ ਬਾਅਦ ਜੇ ਅਸੀਂ ਸੋਚੀਏ ਇਸ ਚੀਜ਼ ਤੋਂ ਬਚਣਾ ਹੈਗਾ ਤਾਂ ਕੀ ਲੱਗਦਾ ਕਿ ਪਿੰਡ ਦੇ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਨਾ ਪਊਗਾ, ਕਿਸ ਤਰੀਕੇ ਨਾਲ ਜਿਹੜੀ ਲੜਾਈ ਹੈ ਵਿੜਨੀ ਪਊ? ਜਾਗਰੂਕ ਕੋਈ ਕਿਸੇ ਦੇ ਕਹਿਣ ਨਾਲ ਨਹੀਂ ਹੁੰਦਾ। ਤੁਸੀਂ ਆਪਣੇ ਨਿਆਣੇ ਨੂੰ ਮਨਾ ਕੇ ਦੱਸੋ, ਉਹ ਕਹਿਣ ਨਾ ਮੰਨਦੇ ਆ। ਜਿਹੜੀ ਜਾਗਰੂਕਤਾ ਆ ਉਹ ਕਿਸ ਚੀਜ਼ ਦੀ ਕਰਨੀ ਹੈ, ਇੱਕ ਨਵੀਂ ਸੋਚ ਪੈਦਾ ਕਰਨੀ ਹੈ, ਸਮਾਜਿਕ ਸੋਚ, ਇੰਡੀਵਿਜੂਅਲ ਸੋਚ ਨਹੀਂ, ਸਮਾਜਿਕ ਸੋਚ। ਸਮਾਜਿਕ ਸੋਚ ਸਮਾਜਿਕ ਲਹਿਰਾਂ ਦੇ ਵਿੱਚ ਪੈਦਾ ਹੁੰਦੀ ਹੈ। ਜਿਵੇਂ ਕਿਸਾਨਾਂ ਨੇ ਇੱਕ ਨਵੀਂ ਸੋਚ ਪੈਦਾ ਕੀਤੀ, ਇੱਕ ਵਿਸ਼ਵਾਸ ਪੈਦਾ ਕੀਤਾ ਵੀ ਅਸੀਂ ਜੇ ਇਕੱਠੇ ਰਹੀਏ, ਸ਼ਾਂਤਮਈ ਰਹੀਏ ਤੇ ਹਿੰਮਤ ਜਟਾਈਏ ਤਾਂ ਅਸੀਂ ਵੱਡੇ ਤੋਂ ਵੱਡੇ ਵੀ ਦੁਸ਼ਮਣ ਨੂੰ ਹਰਾ ਸਕਦੇ ਹਾਂ। ਇਹ ਉਹਨਾਂ ਨੇ ਇੱਕ ਸੋਚ ਪੈਦਾ, ਇਹ ਕਿਸ ਤਰ੍ਹਾਂ ਹੋਈ, ਪ੍ਰੈਕਟਿਸ ਹੋਈ, ਕਲੈਕਟਿਵ ਹੋਈ, ਉਹ ਅੱਜ ਵੀ ਕੰਮ ਕਰ ਰਹੀ ਹੈ ਪੰਜਾਬ। ਇਸ ਲਈ ਜਿਹੜਾ ਇਨਸਾਨ ਨੂੰ ਬਦਲਣਾ ਆ ਉਹਦਾ ਇੱਕੋ ਹੀ ਤਰੀਕਾ ਕਿ ਉਹਨੂੰ ਲਹਿਰਾਂ 'ਚ ਪਾਇਆ ਜਾਏ, ਕਲੈਕਟਿਵ ਮੂਵਮੈਂਟਸ ਦੇ ਵਿੱਚ, ਅੰਦੋਲਨਾਂ 'ਚ ਪਾਇਆ ਜਾਏ, ਉੱਥੋਂ ਨਵੀਆਂ ਚੀਜ਼ਾਂ ਸਿੱਖ ਕੇ ਨਿਕਲਦਾ ਜਿਹੜਾ ਉਹਦਾ ਜ਼ਿੰਦਗੀ ਦਾ ਇੱਕ ਪਰਮਾਨੈਂਟ ਹਿੱਸਾ ਬਣ ਜਾਂਦਾ। ਇਸ ਲਈ ਇਸ ਗੱਲ ਦੀ ਲੋੜ ਆ, ਤਾਂ ਹੀ ਇੱਕ ਨਵੀਂ ਚੇਤਨਾ ਸਮਾਜ ਦੇ ਅੰਦਰ, ਕਲੈਕਟਿਵ ਚੇਤਨਾ, ਸਾਂਝੀ ਚੇਤਨਾ ਪੈਦਾ ਹੋਊਗੀ, ਤਾਂ ਹੀ ਇੱਥੇ ਤਬਦੀਲੀ ਆ ਸਕਦੀ ਹੈ। ਔਰ ਤਬਦੀਲੀ ਹਮੇਸ਼ਾ ਸੋਚ ਤੇ ਦਬਾਅ ਦੇ ਨਾਲ ਆਉਂਦੀ ਹੈ, ਯੁੱਧ ਦੇ ਨਾਲ ਆਉਂਦੀ ਹੈ, ਲੜਾਈ ਦੇ ਵਿੱਚ ਉਤਰ ਕੇ ਆਉਂਦੀ ਹੈ, ਨਾ ਕਿ ਕਿਸੇ ਨੂੰ ਭਾਸ਼ਣ ਦੇਣ ਦੇ ਨਾਲ ਜਿਵੇਂ ਮੈਂ ਦੇ ਰਿਹਾ। ਸਨ ਪ੍ਰੋਫੈਸਰ ਮਨਜੀਤ ਸਿੰਘ ਤਮਾਮ ਮਸਲੇ ਤੇ ਬੜੇ ਵਿਭਾਗ ਢੰਗ ਦੇ ਨਾਲ ਇਹਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਊਣਤਾਈਆਂ ਕਿੱਥੇ ਨੇ, ਕਮੀਆਂ ਕਿੱਥੇ ਨੇ ਤੇ ਕਿਸ ਤਰੀਕੇ ਨਾਲ ਇਸ ਚੀਜ਼ ਦਾ ਹੱਲ ਹੋ ਸਕਦਾ। ਪਿਛਲੇ ਸਮੇਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਫੈਡਰਲ ਢਾਂਚੇ ਨੂੰ ਜਿਹੜਾ ਸੱਟ ਲਾਉਣ ਦੀ ਕੋਸ਼ਿਸ਼ ਹੋ ਰਹੀ ਹੈ, ਤਾਂ ਉਸ ਤਾਣੇ ਬਾਣੇ ਦੇ ਵਿੱਚੋਂ, ਉਲਝੇ ਹੋਏ ਤਾਣੇ ਬਾਣੇ ਦੇ ਵਿੱਚੋਂ ਨਿਕਲਣਾ ਕਿਸ ਤਰੀਕੇ ਨਾਲ ਹੈਗਾ, ਤਾਂ ਇਹ ਬੜੀ ਅਹਿਮ ਚੀਜ਼ ਆ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਕਮੈਂਟ, ਆਪਣੀਆਂ ਟਿੱਪਣੀਆਂ ਜ਼ਰੂਰ ਸਾਂਝੇ ਕਰੋ। ਤੁਹਾਡੇ ਤੋਂ ਅੱਗੇ ਲੈਣੀ ਹੈ ਸਹਿਯੋਗੀ ਹਰਜਿੰਦਰ ਦੇ ਨਾਲ ਹਰਦੀਪ ਸਿੰਘ ਭੋਗਲ, ਨਿਊਜ਼ ਓਨਲੀ, ਚੰਡੀਗੜ੍ਹ।